ਭੁਪਿੰਦਰ ਸਿੰਘ ਨੇ ਭੇਜਿਆ ਹੈ ਕਿ ਸ਼ਾਇਦ ਸਦੀਆਂ ਬਾਅਦ ਹੀ ਹੁਣ ਬਾਣੀ ਦੁਬਾਰਾ ਜਾਗਰਤ ਹੋ ਰਹੀ ਹੈ। ਸੱਚ ਦਾ ਪ੍ਰਚਾਰ ਹੋ ਰਿਹਾ ਹੈ। ਨਾ ਝੂਠੀ ਸਾਖੀ, ਨਾ ਅਡੰਬਰ, ਨਾ ਕੋਈ ਕਰਮ ਕਾਂਡ, ਬਸ ਸਿੱਧਾ ਸਾਦਾ ਸੱਚ। ਸੱਚ ਦਾ ਪ੍ਰਚਾਰ ਨਹੀਂ ਹੋ ਰਿਹਾ ਹੈ। ਇਹ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ। ਸੱਚ ਦਾ ਸੰਚਾਰ ਇਹ ਜਿਹੜਾ ਸੰਚਾਰ ਹੋ ਰਿਹਾ ਹੈ ਨਾ, ਇਹਦੇ ਨਾਲ ਐਸੇ ਫੁੱਲ ਖਿੜਦੇ ਹਨ ਜਿਨ੍ਹਾਂ ਨੂੰ ਸਹੰਸਰ ਦਲ ਕੰਵਲ ਕਿਹਾ ਹੈ। ਤੇ ਤੁਸੀਂ ਅੱਗੇ ਕਿਹਾ ਹੈ ਨਾ ਵੀ ਸਿੱਧਾ ਸਾਦਾ ਸੱਚ। ਸੱਚ ਹਮੇਸ਼ਾ ਹੀ ਸਿੱਧਾ ਸਾਦਾ ਹੁੰਦਾ ਹੈ। ਜਦੋਂ ਵੀ ਪਰਮ ਪੁਰਖ ਬੋਲਦੇ ਹਨ ਨਾ, ਉਦੋਂ ਬਿਲਕੁਲ ਹੀ ਸਿੱਧਾ ਸਾਦਾ ਹੁੰਦਾ। ਫਿਰ ਉਹ ਸ਼ਬਦ ਜਦੋਂ ਪੰਡਤਾਂ ਦੇ, ਵਿਦਵਾਨਾਂ ਦੇ, ਪ੍ਰਚਾਰਕਾਂ ਦੇ ਹੱਥ ਵਿੱਚ ਪੈ ਜਾਂਦੇ ਹਨ, ਝੂਠਿਆਂ ਦੇ ਹੱਥਾਂ ਵਿੱਚ ਪੈ ਜਾਂਦੇ ਹਨ, ਤੇ ਉਹ ਸ਼ਬਦਾਂ ਨੂੰ ਫਿਰ ਉਹ ਸਿੱਧੇ ਨਹੀਂ ਰਹਿਣ ਦਿੰਦੇ ਹਨ, ਕਿਉਂਕਿ ਬਹੁਤ ਕੁਛ ਆਪਣੇ ਕੋਲੋਂ ਮਿਲਾ ਲੈਂਦੇ ਹਨ, ਉਹ ਬਣਾ ਲੈਂਦੇ ਹਨ। ਇਹ ਗੱਲ ਤੁਸੀਂ ਠੀਕ ਲਿਖੀ ਹੈ ਕਿ ਬਹੁਤ ਸਮੇਂ ਬਾਅਦ ਬਾਣੀ ਫੇਰ ਵਾਸਤਵਿਕ ਦੇ ਵਿੱਚ ਵੈਸੇ ਹੀ ਜਾਗਰਤ ਹੋ ਰਹੀ ਹੈ, ਜਿਵੇਂ ਜਾਗਰਤ ਪੁਰਸ਼ ਦੇ ਅੰਦਰੋਂ ਨਿਕਲੀ ਹੋਵੇ। ਤੇ ਜਦੋਂ ਨਿਕਲੀ ਸੀ ਉਦੋਂ ਐਸੇ ਹੀ ਸੀ। ਬਿਲਕੁਲ ਸਿੱਧੇ ਸਾਦੇ ਅਲਫਾਜ਼, ਸਿੱਧੇ ਸਾਦੇ ਬੋਲ। ਤੇ ਝੂਠ ਤੇ ਬੜਾ ਤਿਰਛਾ ਹੁੰਦਾ ਹੈ। ਝੂਠਾ ਆਦਮੀ ਵੀ ਬਹੁਤ ਚਲਾਕ ਹੁੰਦਾ ਹੈ, ਚਤਰ ਹੁੰਦਾ ਹੈ। ਝੂਠ ਦੇ ਵਿੱਚ ਕਾਮਯਾਬ ਵੀ ਉਹੀ ਹੋ ਸਕਦਾ ਹੈ ਜਿਹੜਾ ਚਲਾਕ ਹੋਵੇ, ਚਤਰ ਹੋਵੇ। ਖਿਆਲ ਵਿੱਚ ਰੱਖ, ਜ਼ਿਆਦਾ ਤੇਜ਼ ਹੋਵੇ। ਸਿੱਧਾ ਸਾਦਾ ਆਦਮੀ ਝੂਠ ਦੇ ਵਿੱਚ ਕਾਮਯਾਬ ਥੋੜ੍ਹੀ ਹੁੰਦਾ, ਸੰਸਾਰ 'ਚ ਕਾਮਯਾਬ ਹੋ ਹੀ ਨਹੀਂ ਸਕਦਾ। ਤੇ ਜਿਹੜਾ ਸਿੱਧਾ ਸਾਦਾ ਹੋ ਜਾਂਦਾ ਹੈ ਨਾ, ਉਹ ਸੱਚ ਦੇ ਵੀ ਕਰੀਬ ਹੋ ਜਾਂਦਾ ਹੈ। ਸਿੱਧੇ ਸਾਦੇ ਭੋਲੇ ਭਾਲੇ, ਕਹਿੰਦੇ ਨਾ ਭੋਲੇ ਭਾਏ ਮਿਲੇ ਰਘੁਰਾਏ, ਉਹ ਪਾ ਲੈਂਦੇ ਹਨ। ਜਿਹੜੇ ਚਲਾਕ ਹਨ, ਚਤਰ ਹਨ, ਪੰਡਤ ਹਨ, ਵਿਦਵਾਨ ਹਨ, ਇਹ ਬੜੇ ਆੜੇ ਤਿਰਛੇ ਹਨ। ਇਹ ਆਪ ਡੁੱਬੇ ਚਹੁੰ ਵੇਦ ਮੇ, ਚੇਲੇ ਦੀ ਇਹ ਬਹਾਏ। ਆਪ ਤੇ ਡੁੱਬਦੇ ਹਨ, ਬੋਹਰਾਂ ਨੂੰ ਨਾਲ ਵੀ ਲੈ ਕੇ ਡੁੱਬਦੇ ਹਨ। ਤੇ ਸਿੱਧਾ ਸਾਦਾ ਹੈ ਸੱਚ। ਤੇ ਜਿੰਨੇ ਤੁਸੀਂ ਸਿੱਧੇ ਸਾਦੇ ਹੁੰਦੇ ਜਾਵੋਗੇ ਨਾ, ਖਿਆਲ ਵਿੱਚ ਰੱਖੋ, ਓਨਾ ਹੀ ਤੁਹਾਨੂੰ ਸੱਚ ਸਮਝ ਵਿੱਚ ਆਵੇਗਾ। ਸੱਚ ਆਵੇਗਾ। ਤੋਂ ਉੱਪਰ ਲਿਖਿਆ ਹੈ ਨਾ ਕਿ ਤੁਸੀਂ ਸੱਚ ਦੀ ਦੱਸ ਪਾ ਰਹੇ ਹੋ।
ਮੈਂ ਦੱਸ ਹੀ ਨਹੀਂ ਪਾ ਰਿਹਾ ਹਾਂ, ਆ ਵੀ ਰਿਹਾ ਹਾਂ, ਸੱਚ ਦਿਖਾ ਵੀ ਰਿਹਾ ਹਾਂ। ਅਜੇ ਤੁਸੀਂ ਸੱਚ ਦੀ ਜੋ ਆਵਾਜ਼ ਹੈ ਨਾ, ਉਹਨੂੰ ਹੀ ਸੁਣ ਰਹੇ ਹੋ। ਠੀਕ ਹੈ, ਬਹੁਤ ਮਾਲਕ ਦੀ ਕਿਰਪਾ ਹੈ, ਅਪਾਰ ਕਿਰਪਾ ਹੈ। ਤੁਹਾਨੂੰ ਸੱਚ ਸੁਣਾਈ ਤੇ ਦੇਣ ਲੱਗ ਪਿਆ ਨਾ, ਸੱਚ ਦਾ ਸੰਦੇਸ਼ ਤੁਹਾਡੇ ਤੱਕ ਪਹੁੰਚਣ ਤੇ ਲੱਗ ਪਿਆ ਨਾ। ਇਹ 10 ਜਿਹੜੀ ਮੈਂ ਪਾਈ ਹੈ ਤੁਹਾਡੇ ਤੱਕ ਪਹੁੰਚੀ ਹੈ ਨਾ, ਖਿਆਲ ਵਿੱਚ ਤੇ ਆਈ ਹੈ ਨਾ ਵੀ ਸੱਚ ਬੁਲਾ ਰਿਹਾ ਹੈ। ਤੇ ਸੱਚ ਬੁਲਾ ਰਿਹਾ ਹੈ ਤੇ ਤੁਹਾਡੇ ਖਿਆਲ ਵਿੱਚ ਇਹ ਵੀ ਆਇਆ ਹੋਵੇਗਾ, ਆਊਗਾ ਨਹੀਂ ਤੇ ਜ਼ਰੂਰ ਆਊਗਾ ਹੀ, ਵੀ ਝੂਠ ਪਕੜ ਰਿਹਾ ਹੈ। ਤੇ ਜਿੰਨਾ ਚਿਰ ਝੂਠ ਦੀ ਪਕੜ ਮਜ਼ਬੂਤ ਹੈ ਨਾ, ਗਹਿਰੀ ਹੈ, ਉਨਾ ਚਿਰ ਤੁਸੀਂ ਝੂਠ ਦੇ ਨਾਲ ਜੁੜੇ ਰਹੋਗੇ। ਜਿੰਨੀ ਪਕੜ ਘੱਟ ਕਰਦੇ ਜਾਓਗੇ, ਇਹ ਗੱਲ ਖਿਆਲ ਵਿੱਚ ਰੱਖਣੀ ਹੈ। ਮੈਨੂੰ ਲੱਗਦਾ ਹੈ ਸ਼ਾਇਦ ਤੁਹਾਨੂੰ ਵਾਸਤਵਿਕ ਦੇ ਵਿੱਚ ਮੂਲ ਬਿਮਾਰੀ ਸਮਝ ਵਿੱਚ ਆਉਣ ਲੱਗ ਪਈ ਹੈ। ਜਿਵੇਂ ਮੈਂ ਪਿੱਛੇ ਕਿਹਾ ਸੀ ਵੀ ਮੂਲ ਬਿਮਾਰੀ ਸਮਝ ਵਿੱਚ ਆ ਜਾਵੇ ਨਾ, ਤੇ ਇਲਾਜ ਸਿਖਾਲਾ ਹੈ। ਆਮ ਸਧਾਰਨ ਵੈਦ ਵੀ ਕਹਿੰਦੇ ਹਨ ਵੀ ਸਰੀਰਕ ਰੋਗ ਪਕੜ ਵਿੱਚ ਆ ਜਾਵੇ, ਬਿਮਾਰੀ ਪਕੜ ਵਿੱਚ ਆ ਜਾਵੇ, ਨਿਦਾਨ ਹੋ ਜਾਵੇ, ਸਮਝ ਲਓ ਇਲਾਜ ਹੋਇਆ ਹੀ ਲਓ, ਪਤਾ ਲੱਗ ਗਿਆ ਨਾ ਬਿਮਾਰੀ ਦਾ। ਇਵੇਂ ਹੀ ਮਾਨਸਿਕ ਬਿਮਾਰੀ ਦਾ ਪਤਾ ਲੱਗ ਜਾਵੇ, ਤੁਹਾਨੂੰ ਖਿਆਲ ਵਿੱਚ ਆ ਜਾਵੇ ਵੀ ਇਹ ਬਿਮਾਰੀ ਜਿਹੜੀ ਹੈ ਨਾ, ਇਹ ਇਵੇਂ ਵੱਧਦੀ ਹੈ, ਇਵੇਂ ਲੱਗਦੀ ਹੈ। ਫਿਰ ਇਹ ਬਿਮਾਰੀ ਮਾਨਸਿਕ ਪਕੜ ਵਿੱਚ ਘੱਟ ਆਉਂਦੀ ਹੈ, ਕਿਉਂਕਿ ਬਹੁਤ ਗਹਿਰੀ ਹੈ, ਬਹੁਤ ਪੁਰਾਣੀ ਹੈ, ਬੜਾ ਦੀਰਘ ਰੋਗ ਹੈ, ਬਹੁਤ ਗਹਿਰਾ, ਸਦੀਆਂ ਤੋਂ ਲੱਗਾ ਹੋਇਆ। ਇਸ ਕਰਕੇ ਪਕੜ 'ਚ ਕਿਸੇ ਦੇ ਨਹੀਂ ਆਉਂਦਾ ਹੈ। ਇਹ ਬਿਮਾਰੀ ਪਕੜ 'ਚ ਨਹੀਂ ਆਉਂਦੀ ਹੈ, ਰੋਗ ਪਕੜ 'ਚ ਨਹੀਂ ਆਉਂਦਾ। ਹਉਮੈ ਦੀਰਘ ਰੋਗ ਹੈ। ਹੁਣ ਜਿਵੇਂ ਸਰੀਰਕ ਰੋਗਾਂ ਨੂੰ ਜਾਣਨ ਵਾਲੇ ਕਈ ਵਾਰਾਂ ਕਈ ਮਨੁੱਖਾਂ ਦੇ ਰੋਗਾਂ ਨੂੰ ਲੱਭਦੇ ਹਨ, ਤੇ ਅਗਰ ਰੋਗ ਨਾ ਲੱਭੇ, ਪਤਾ ਨਾ ਲੱਗੇ ਵੀ ਇਹਨੂੰ ਬਿਮਾਰੀ ਕਿਹੜੀ ਹੈ, ਰੋਗ ਕਿਹੜਾ ਹੈ, ਤੇ ਡਾਕਟਰ ਕਹਿੰਦੇ ਹਨ ਵੀ ਇਹਦਾ ਇਲਾਜ ਨਹੀਂ ਹੋ ਸਕਦਾ, ਰੋਗ ਪਕੜ 'ਚ ਨਹੀਂ ਆ ਰਿਹਾ, ਬੜਾ ਪੁਰਾਣਾ ਹੈ, ਜਨਮਾਂਦਰੂ ਹੈ, ਜਨਮ ਤੋਂ ਪਹਿਲਾਂ ਦਾ ਲੱਗਾ ਪਤਾ ਨਹੀਂ, ਮਾਤਾ ਦੇ ਗਰਭ ਵਿੱਚ ਪਕੜ 'ਚ ਨਹੀਂ ਆ ਰਿਹਾ ਰੋਗ। ਜਿਵੇਂ ਰੋਗ ਪਕੜ 'ਚ ਨਹੀਂ ਆ ਰਿਹਾ ਤੇ ਫਿਰ ਦਵਾਈਆਂ ਉੱਦਾਂ ਹੀ ਦੇਈ ਜਾਂਦੇ ਹਨ ਡਾਕਟਰ ਐਡੀਏ ਨਾਲ, ਪਰ ਉਹ ਠੀਕ ਨਹੀਂ ਹੁੰਦਾ ਹੈ ਰੋਗ। ਫਿਰ ਜਿੰਨਾ ਚਿਰ ਰੋਗ ਪਕੜ 'ਚ ਨਾ ਆਵੇ, ਉਨਾ ਚਿਰ ਉਹਦਾ ਸਹੀ ਇਲਾਜ ਨਹੀਂ ਹੁੰਦਾ। ਇਵੇਂ ਹੀ ਇਹ ਮਾਨਸਿਕ ਰੋਗ ਹੈ, ਇਹ ਪਕੜ ਵਿੱਚ ਆ ਜਾਵੇ ਨਾ, ਇਹਦਾ ਨਿਦਾਨ ਹੋ ਜਾਵੇ, ਤੇ ਸਮਝ ਲਵੋ ਤੁਸੀਂ ਵੀ ਤੁਸੀਂ ਠੀਕ ਹੋਣ ਲੱਗ ਪਏ। ਬਿਮਾਰੀ ਪਕੜ 'ਚ ਆ ਗਈ ਨਾ, ਵੀ ਜਿਹੜੇ ਕਾਰਨ ਬਿਮਾਰੀ ਵੱਧ ਰਹੀ ਹੈ, ਜਿਵੇਂ ਬਿਮਾਰੀ ਵੱਧ ਰਹੀ ਹੈ, ਪਤਾ ਲੱਗ ਗਿਆ ਤੁਹਾਨੂੰ, ਤੁਸੀਂ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ,
ਤੇ ਬਿਮਾਰੀ ਆਪਣੇ ਆਪ ਹੀ ਘਟੇਗੀ। ਇਹੋ ਹੀ ਫਰਕ ਹੈ। ਮੇਰੀ ਗੱਲ ਵਿੱਚ ਤੇ ਆਮ ਸਧਾਰਨ ਜੋ ਬਾਹਰ ਪ੍ਰਚਾਰ ਤੁਸੀਂ ਦੇਖਦੇ ਹੋ, ਉਹਨਾਂ ਦੀ ਗੱਲ ਵਿੱਚ ਉਹ ਕਹਿੰਦੇ ਹਨ ਵੀ ਦਵਾਈ ਖਾਓ, ਨਾਮ ਦਾਰੂ, ਨਾਮ ਜਪੋ, ਸਿਮਰਨ ਕਰੋ, ਚਿੰਤਨ ਕਰੋ, ਧਿਆਨ ਕਰੋ, ਦਵਾਈ ਖਾਓ। ਮੈਂ ਕਹਿੰਦਾ ਹਾਂ ਵੀ ਤੁਸੀਂ ਦਵਾਈ ਜਿੰਨੀ ਮਰਜ਼ੀ ਖਾਈ ਜਾਓ, ਜਿੰਨਾ ਚਿਰ ਤੁਸੀਂ ਪਰਹੇਜ਼ ਨਹੀਂ ਕਰਦੇ ਹੋ ਉਹਨਾਂ ਚਿਰ ਤੁਸੀਂ ਦਵਾਈ ਵੀ ਨਹੀਂ ਖਾ ਸਕਦੇ। ਕਮਾਲ ਦੀ ਗੱਲ ਤਾਂ ਇਹ ਹੈ ਨਾ, ਜਿਵੇਂ ਹੁਣ ਸਰੀਰਕ ਬੰਦਾ ਹੈ, ਪਰਹੇਜ਼ ਨਾ ਵੀ ਕਰੇ, ਜਿਵੇਂ ਡਾਇਬਟੀਜ਼ ਹੈ ਕਿਸੇ ਨੂੰ ਅਤੇ ਉਹ ਪਰਹੇਜ਼ ਨਹੀਂ ਕਰਦਾ ਹੈ ਮਿੱਠੇ ਦਾ, ਖਾਈ ਤੁਰਿਆ ਜਾਂਦਾ ਹੈ ਮਿਠਾਈਆਂ, ਅਤੇ ਦਵਾਈ ਵੀ ਖਾਈ ਜਾਂਦਾ ਹੈ। ਰੋਗ ਤਾਂ ਨਹੀਂ ਹਟੇਗਾ ਪਰ ਦਵਾਈ ਖਾ ਤਾਂ ਸਕਦਾ ਹੈ ਨਾ। ਪਰ ਇਹ ਜੋ ਅੰਦਰ ਰੋਗ ਹੈ ਨਾ, ਮਾਨਸਿਕ ਰੋਗ ਹੈ, ਇਹ ਉਹਨਾਂ ਚਿਰ ਤੁਸੀਂ ਦਵਾਈ ਖਾ ਹੀ ਨਹੀਂ ਸਕਦੇ ਹੋ ਜਿੰਨਾ ਚਿਰ ਤੁਸੀਂ ਪਰਹੇਜ਼ ਨਹੀਂ ਕਰਦੇ। ਸਮੱਸਿਆ ਇਹ ਹੈ। ਅਤੇ ਬਾਹਰ ਮੁਖੀ ਜੋ ਧਾਰਮਿਕ ਹਨ ਨਾ, ਇਹ ਪਰਹੇਜ਼ ਤੇ ਦੱਸਦੇ ਹੀ ਨਹੀਂ ਹਨ ਕਿਸੇ ਨੂੰ। ਕਹਿੰਦੇ ਹਨ ਬੈਠ ਕੇ ਤੁਸੀਂ ਅੱਖਾਂ ਬੰਦ ਕਰਕੇ ਨਾਮ ਜਪੋ। ਨਾਮ ਜਪ ਹੁੰਦਾ ਹੁਣ, ਧਿਆਨ ਤੇ ਸੰਸਾਰ ਵਿੱਚ, ਖਿਆਲ ਸੰਸਾਰ ਦੇ ਆ ਰਹੇ ਹਨ, ਵਿਚਾਰ ਸੰਸਾਰ ਦੇ ਚੱਲ ਰਹੇ ਹਨ, ਵਾਸ਼ਨਾ ਸੰਸਾਰ ਦੀ ਹੈ, ਕਾਮਨਾ ਸੰਸਾਰ ਦੀ ਹੈ, ਚਾਹਤ ਸੰਸਾਰ ਦੀ। ਨਾਮ ਕਿੱਥੇ ਜਪ ਹੁੰਦਾ? 100 ਕੰਮ ਹਨ, 100 ਕਾਰੋਬਾਰ ਹਨ, 100 ਧੰਦੇ ਹਨ, ਉਹਨਾਂ 'ਚ ਖਿਆਲ ਜਾ ਰਿਹਾ। ਤੇ ਦਵਾਈ ਖਾ ਨਹੀਂ ਹੁੰਦੀ ਹੈ, ਧਿਆਨ ਲੱਗਦਾ ਕਿੱਥੇ ਹੈ, ਕਿਹਦਾ ਲੱਗ ਰਿਹਾ ਹੈ। ਬਹੁਤ ਜਗ੍ਹਾ ਪ੍ਰਕਿਰਿਆਵਾਂ ਦੱਸੀਆਂ ਜਾਂਦੀਆਂ ਹਨ ਧਿਆਨ ਦੀਆਂ, ਧਿਆਨ ਲਵਾਇਆ ਜਾਂਦਾ ਹੈ, ਬੜੀਆਂ ਵਿਧੀਆਂ ਦੱਸਦੇ ਹਨ। ਵਿਧੀਆਂ ਕਰਨਗੀਆਂ ਕੀ? ਹੁਣ ਤੁਸੀਂ 1000 ਤਰ੍ਹਾਂ ਦੀ ਦਵਾਈ ਲਿਆਣ ਕੇ ਰੱਖ ਦਿਓ, ਦਵਾਈ ਕੀ ਕਰੇਗੀ ਜਦੋਂ ਪਰਹੇਜ਼ ਹੀ ਨਹੀਂ ਕਰਨਾ ਤੁਸੀਂ? ਬਿਮਾਰੀ ਹਟੇਗੀ ਥੋੜ੍ਹੀ। ਮੈਂ ਕਹਿੰਦਾ ਹਾਂ ਤੁਸੀਂ ਪਰਹੇਜ਼ ਕਰੋ। ਮੂਲ ਬਿਮਾਰੀ ਵੱਧਦੀ ਕਿਵੇਂ ਹੈ, ਲੱਗੀ ਕਿਵੇਂ ਹੈ, ਲੱਗਦੀ ਕਿਵੇਂ ਹੈ? ਸੰਸਾਰ ਨੂੰ ਯਾਦ ਕਰਕੇ, ਚੇਤੇ ਕਰਕੇ। ਇਹੋ ਕਿਹਾ ਹੈ ਨਾ, ਲਿਵ ਛੁਟਕੀ ਲਾਗੀ ਤ੍ਰਿਸ਼ਨਾ ਮਾਇਆ ਅੰਬਰ ਵਰਤਾਇਆ। ਸੰਸਾਰ ਦੀ ਤ੍ਰਿਸ਼ਨਾ ਲੱਗ ਗਈ, ਸੰਸਾਰ ਦੀ ਵਾਸ਼ਨਾ ਲੱਗ ਗਈ, ਸੰਸਾਰ ਦੀ ਚਾਹਤ ਜਾਗ ਪਈ, ਅਤੇ ਅੰਦਰੋਂ ਸੰਬੰਧ ਤੁਹਾਡਾ ਟੁੱਟ ਗਿਆ, ਬਾਹਰ ਜੁੜ ਗਿਆ। ਅਤੇ ਬਾਹਰ ਜਿੰਨਾ ਜੁੜਦਾ ਗਿਆ ਉਨੀ ਹੀ ਬਿਮਾਰੀ ਵੱਧਦੀ ਗਈ। ਮਨ ਪੈਦਾ ਹੀ ਸੰਸਾਰ ਦੇ ਜੋੜ ਕਰਕੇ ਹੁੰਦਾ ਹੈ, ਖਿਆਲ ਵਿੱਚ ਰੱਖੋ। ਇਸ ਕਰਕੇ ਮਨ ਮਰ ਗਿਆ ਕਹਿੰਦੇ ਹਨ, ਭਾਵ ਕਿ ਜੋੜ ਸਮਾਪਤ ਹੋ ਗਿਆ ਸੰਸਾਰ ਨਾਲ। ਝੂਠ ਨਾਲੋਂ ਜੋੜ ਟੁੱਟ ਗਿਆ, ਮਨ ਮਰ ਗਿਆ। ਇਹੋ ਹੀ ਮਨ ਮਰਦਾ ਹੈ ਜਿਹੜਾ ਝੂਠ ਦੇ ਨਾਲ ਸੰਬੰਧ ਜੋੜਦਾ ਹੈ। ਉਹ ਜੋ ਅੰਦਰ ਹੈ ਤੁਹਾਡੇ, ਜਿਹਦੇ ਦੁਆਰਾ ਇਹ ਸਰੀਰ ਚੱਲ ਰਿਹਾ ਹੈ, ਸੰਸਾਰ ਚੱਲ ਰਿਹਾ ਹੈ, ਉਹ ਥੋੜ੍ਹੀ ਮਰਦਾ ਹੈ। ਬਾਹਰ ਜਿਹੜਾ ਝੂਠ ਦੇ ਨਾਲ ਜੁੜਿਆ ਹੋਇਆ। ਤਦੇ ਕਿਹਾ ਹੈ ਨਾ ਕਬੀਰ ਨੇ, ਅਬ ਮਨ ਉਲਟ ਸਨਾਤਨ ਹੁਆ। ਉਹ ਜਿਹੜਾ ਸਨਾਤਨ ਹੈ, ਜਿਹੜਾ ਪਿੱਛੋਂ ਹੀ ਆਇਆ ਹੈ, ਉਹ ਥੋੜ੍ਹੀ ਉਹ ਤਾਂ ਨਾਲ ਹੀ ਰਹੇਗਾ। ਜਿਹੜਾ ਝੂਠ ਦੁਆਰਾ ਪੈਦਾ ਹੋਇਆ ਹੈ, ਝੂਠ ਨਾਲ ਜੁੜ ਕੇ ਪੈਦਾ ਹੋਇਆ ਹੈ, ਇਹ ਮਨ, ਇਹੋ ਹੀ ਬਿਮਾਰੀ ਹੈ। ਝੂਠ ਦੇ ਨਾਲ ਜੁੜਨ ਕਰਕੇ ਬਿਮਾਰੀ। ਫਿਰ ਜਿੰਨਾ ਜ਼ਿਆਦਾ ਜੁੜਦੇ, ਜਿੰਨਾ ਜ਼ਿਆਦਾ ਜੁੜਦੇ ਜ਼ਿਆਦਾ ਵੱਧਦੀ ਹੈ। ਤੁਹਾਡੇ ਖਿਆਲ ਵਿੱਚ ਆ ਗਿਆ ਵੀ ਇਹ ਝੂਠ ਦੇ ਨਾਲ ਵੱਧ ਰਹੀ ਹੈ, ਅਸੀਂ ਸੰਸਾਰ ਨੂੰ ਸੱਚ ਸਮਝ ਰਹੇ ਹਾਂ ਅਤੇ ਇਹਦੇ ਨਾਲ ਜੁੜ ਰਹੇ ਹਾਂ।
ਤੇ ਜਿੰਨਾ ਜੁੜ ਰਹੇ ਹਾਂ, ਜਿੰਨਾ ਸੰਸਾਰ ਨੂੰ ਚੇਤੇ ਕਰ ਰਹੇ ਹਾਂ, ਉਨੇ ਹੀ ਵਿਚਾਰ ਅੰਦਰ ਵੱਧ ਰਹੇ ਹਨ। ਵਿਚਾਰ ਹੀ ਮੈਲ ਹੈ। ਕਹਿੰਦੇ ਹਨ ਜਨਮ ਜਨਮ ਕਿਸ ਮਲ ਕੋ ਮਲ ਲਾਗੀ ਕਾਲਾ ਹੋਆ ਸਿਆ। ਉਹ ਮਲ ਕੀ ਹੈ? ਵਿਚਾਰ। ਸੰਸਾਰ ਦੇ ਵਿਚਾਰ। ਤੋ ਵਿਚਾਰ ਜਿਹੜੇ ਹਨ ਅੰਦਰ ਪਏ ਹੋਏ ਹਨ। ਹੁਣ ਤੁਸੀਂ ਸੰਸਾਰ ਨੂੰ ਚੇਤੇ ਕਰੀ ਜਾਓ, ਸੰਸਾਰ ਦਾ ਵਿਚਾਰ ਕਰੀ ਜਾਓ, ਸੋਚੀ ਜਾਓ, ਤੇ ਦੂਸਰੇ ਪਾਸੇ ਨਾਮ ਜਪੀ ਜਾਓ। ਨਾਮ 'ਚ ਧਿਆਨ ਥੋੜ੍ਹੀ ਹੋਵੇਗਾ, ਨਾਮ ਮੂੰਹ ਦੁਆਰਾ ਜਪੀ ਜਾਓਗੇ। ਕਈ ਇਸ ਢੰਗ ਦੇ ਨਾਲ ਅਭਿਆਸੀ ਵਿਕਸ਼ਿਪਤ ਵੀ ਹੋ ਜਾਂਦੇ ਹਨ। ਉਹਨਾਂ ਦਾ ਮਨ ਦੋ ਪਾਸੇ ਕੰਮ ਕਰ ਰਿਹਾ ਹੈ। ਇੱਕ ਪਾਸੇ ਵਿਚਾਰ ਵੀ ਚੱਲਦੇ ਰਹਿੰਦੇ ਹਨ, ਦੂਸਰੇ ਪਾਸੇ ਉਹ ਨਾਮ ਵੀ ਜਪਦੇ ਰਹਿੰਦੇ ਹਨ। ਰਾਮ 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 ਕਰਤਾ ਸਭ ਜਗ ਫੇਰੇ, ਰਾਮ ਨਾ ਪਾਇਆ ਜਾ। ਤੋ ਮੂੰਹ ਨਾਲ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਚੱਲਦਾ ਹੈ, ਮਨ ਦੇ ਅੰਦਰ ਵਿਚਾਰ ਚੱਲਦੇ ਹਨ। ਸੰਸਾਰ ਦੇ ਕੀ ਕਰਨਾ, ਕੀ ਹੋਊਗਾ, ਅੱਗੇ ਕੀ ਬਣੂਗਾ, ਉਹ ਚੱਲ ਰਿਹਾ ਹੈ। ਤੇ ਜ਼ਿਆਦਾ ਵਿਕਸ਼ਿਪਤ ਹੋ ਜਾਂਦੇ ਹਨ। ਤੇ ਤੁਹਾਨੂੰ ਬਿਮਾਰੀ ਸਮਝ ਵਿੱਚ ਆਉਣ ਲੱਗ ਜਾਵੇ ਨਾ, ਪਤਾ ਲੱਗ ਜਾਵੇ ਵੀ ਬਿਮਾਰੀ ਕੀ ਹੈ, ਇਹ ਭਰਮ ਹੈ, ਇਹ ਅਗਿਆਨ ਕੀ ਹੈ, ਇਹ ਭੁਲੇਖਾ ਕੀ ਹੈ। ਇਹੋ ਹੀ ਭੁਲੇਖਾ ਹੈ ਜਿਹੜਾ ਇਹ ਸ਼ਬਦ ਦੇ ਵਿੱਚ ਰਾਜ ਭੁਯੰਗ ਪ੍ਰਸੰਗ ਜੈਸੇ ਹੈ ਅਬ ਕਛ ਮਰਮ ਜਨਾਇਆ। ਕਹਿੰਦੇ ਜਿਵੇਂ ਰੱਸੀ ਤੇ ਸੱਪ ਦਾ ਪ੍ਰਸੰਗ ਹੈ ਨਾ, ਵੈਸਾ ਹੀ ਇਹ ਭੁਲੇਖਾ ਹੈ। ਹੁਣ ਮੈਨੂੰ ਪਤਾ ਲੱਗਾ ਹੈ, ਅਬ ਕਿਸ ਮਰਮ ਜਨਾਇਆ। ਹੁਣ ਮੈਨੂੰ ਪਤਾ ਲੱਗਾ ਹੈ, ਸਮਝ ਵਿੱਚ ਆਈ ਗੱਲ ਪਈ ਇਹ ਰੱਸੀ ਨੂੰ ਹੀ ਸੱਪ ਸਮਝਦੇ ਰਹੇ, ਅਸੀਂ ਸੰਸਾਰ ਝੂਠ ਸਮਝਦੇ ਰਹੇ, ਤੇ ਉਹਦੇ ਵਿੱਚ